ਆਸ਼ੀਸ਼ਿਤ ਪਤਝੜ ਦਾ ਪਰਵ, ਤੂਰੀ ਵਜਾਉਣ ਦਾ ਪਰਵ ਆ ਗਿਆ ਹੈ। ਅੱਜ ਅਸੀਂ ਪ੍ਰਾਰਥਨਾ ਅਤੇ ਪ੍ਰਾਇਸ਼ਚਿਤ ਦਾ ਜੀਵਨ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਅਧਿਐਨ ਕਰਾਂਗੇ। ਅੱਜ ਤੂਰੀ ਵਜਾਉਣ ਦਾ ਪਰਵ ਹੈ। ਪਰਮੇਸ਼ਵਰ ਨੇ ਪ੍ਰਾਇਸ਼ਚਿਤ ਦੇ ਦਿਨ ਤੋਂ 10 ਦਿਨ ਪਹਿਲਾਂ ਪਵਿੱਤਰ ਕੈਲੰਡਰ ਦੇ ਅਨੁਸਾਰ 7ਵੇਂ ਮਹੀਨੇ ਦੇ ਪਹਿਲੇ ਦਿਨ ਤੂਰੀ ਵਜਾਉਣ ਦਾ ਪਰਵ ਨਿਯੁਕਤ ਕੀਤਾ, ਜਿਸ ਨੂੰ ਤੂਰੀ ਵਜਾਉਣ ਨਾਲ ਮਨਾਇਆ ਜਾਂਦਾ ਸੀ। ਇਸ ਪਰਵ ਵਿੱਚ ਲੋਕ ਸਾਰੇ ਪਾਪਾਂ ਅਤੇ ਅਪਰਾਧਾਂ ਦਾ ਇਕਰਾਰ ਕਰਕੇ ਪ੍ਰਾਇਸ਼ਚਿਤ ਕਰਦੇ ਸੀ ਜੋ ਉਹਨਾਂ ਨੇ ਬੀਤੇ ਸਾਲ ਵਿੱਚ ਕੀਤੇ ਸੀ। ਇਸ ਦੇ ਦੁਆਰਾ ਉਹ ਪ੍ਰਾਇਸ਼ਚਿਤ ਦੇ ਦਿਨ ਦੀ ਤਿਆਰੀ ਕਰਦੇ ਸੀ। ਇਸ ਦਿਨ ਤੋਂ ਸ਼ੁਰੂ ਕਰਕੇ ਉਹ 10 ਦਿਨਾਂ ਤੱਕ ਪ੍ਰਾਇਸ਼ਚਿਤ ਕਰਨ ਦੇ ਦੁਆਰਾ ਆਪਣੇ ਸਰੀਰ ਅਤੇ ਮਨ ਨੂੰ ਪਵਿੱਤਰ ਕਰਦੇ ਸੀ। ਇਹ ਤੂਰੀ ਵਜਾਉਣ ਦਾ ਪਰਵ ਹੈ ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ। ਤੂਰੀ ਵਜਾਉਣ ਦੇ ਪਰਵ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਪ੍ਰਾਇਸ਼ਚਿਤ ਹੈ। ਤੂਰੀ ਵਜਾਉਣ ਦੇ ਪਰਵ ਤੋਂ ਪ੍ਰਾਇਸ਼ਚਿਤ ਦੇ ਦਿਨ ਤੱਕ 10 ਦਿਨਾਂ ਦੀ ਪ੍ਰਾਰਥਨਾ ਦਾ ਸਮਾਂ ਨਾ ਸਿਰਫ ਸਾਡੇ ਪਾਪਾਂ ਦੀ ਮਾਫੀ ਕਰਨ ਦੀ ਕਿਰਪਾ ਲਈ ਪਰਮੇਸ਼ਰ ਨੂੰ ਧੰਨਵਾਦ ਦੇਣ ਦਾ ਸਮਾਂ ਹੈ, ਪਰ ਇਹ ਸਾਡੇ ਦੁਆਰਾ ਕੀਤੇ ਗਏ ਸਭ ਪਾਪਾਂ ਤੇ ਅਪਰਾਧਾਂ ਨੂੰ ਇਕਰਾਰ ਕਰਨ ਅਤੇ ਪ੍ਰਾਇਸ਼ਚਿਤ ਕਰਕੇ ਪਰਮੇਸ਼ਵਰ ਤੋਂ ਪਾਪਾਂ ਦੀ ਮਾਫੀ ਮੰਗਣ ਦਾ ਵੀ ਸਮਾਂ ਹੈ। ਇਸ ਲਈ ਮੇਰਾ ਇਹ ਮੰਨਣਾ ਹੈ ਕਿ ਤੂਰੀ ਵਜਾਉਣ ਦੇ ਪਰਵ ਤੋਂ ਪ੍ਰਾਇਸ਼ਚਿਤ ਦੇ ਦਿਨ ਤੱਕ ਪ੍ਰਾਰਥਨਾ ਸਮੇਂ ਦੇ ਦੌਰਾਨ ਪ੍ਰਾਰਥਨਾ ਅਤੇ ਪ੍ਰਾਇਸ਼ਚਿਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਬਾਈਬਲ ਸਾਨੂੰ ਪ੍ਰਕਾਸ਼ ਦੀ ਪੋਥੀ ਦੇ ਦੁਆਰਾ ਦੱਸਦੀ ਹੈ ਕਿ ਧੁੱਪ ਦਾ ਧੂਆਂ ਅਰਥਾਤ ਪ੍ਰਾਰਥਨਾ ਇੱਕ ਬਲੀਦਾਨ ਹੈ ਜੋ ਉਸ ਦੂਤ ਦੇ ਹੱਥੋਂ ਪਰਮੇਸ਼ਵਰ ਦੇ ਹਜ਼ੂਰ ਅੱਪੜ ਗਿਆ। ਆਓ ਅਸੀਂ ਮਤੀ ਅਧਿਆਇ 7 ਵਚਨ 7 ਦੇਖੀਏ। ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਡਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ। ਜਾਂ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹਨੂੰ ਪੱਥਰ ਦੇਵੇ, ਅਤੇ ਜੇ ਮੱਛੀ ਮੰਗੇ ਤਾਂ ਉਹਨੂੰ ਸੱਪ ਦੇਵੇ। ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਕਿੰਨਾ ਵਧੇਕ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਦੇਵੇਗਾ। ਮੰਗਣ ਦਾ ਮਤਲਬ ਕੀ ਹੈ? ਇਸ ਦਾ ਮਤਲਬ ਪ੍ਰਾਰਥਨਾ ਹੈ। ਪ੍ਰਾਰਥਨਾ ਕਰੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਪਰਮੇਸ਼ਵਰ ਨੇ ਸਾਨੂੰ ਲੱਭਣ ਲਈ ਵੀ ਕਿਹਾ ਹੈ। ਅਸੀਂ ਕਿਵੇਂ ਲੱਭ ਸਕਦੇ ਹਾਂ? ਅਸੀਂ ਪ੍ਰਾਰਥਨਾ ਦੇ ਦੁਆਰਾ ਲੱਭ ਸਕਦੇ ਹਾਂ। ਪ੍ਰਾਰਥਨਾ ਕਰੋ ਤਾਂ ਤੁਸੀਂ ਪਾਓਗੇ। ਖੜਕਾਓ, ਖੜਕਾਉਣ ਦਾ ਮਤਲਬ ਵੀ ਪ੍ਰਾਰਥਨਾ ਕਰਨਾ ਹੈ। ਪ੍ਰਾਰਥਨਾ ਕਰੋ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਮਤੀ ਅਧਿਆਇ 7 ਵਿੱਚ ਯਿਸੂ ਮਸੀਹ ਨੇ ਸਾਨੂੰ ਜਾਣਨ ਦਿੱਤਾ ਹੈ ਕਿ ਸਾਨੂੰ ਮੰਗਦੇ ਹੋਏ, ਲੱਭਦੇ ਹੋਏ ਅਤੇ ਖੜਕਾਉਂਦੇ ਹੋਏ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਹਨਾਂ ਨੇ ਸਾਰੀ ਮਨੁੱਖ ਜਾਤੀ ਨੂੰ ਪ੍ਰਾਰਥਨਾ ਦੇ ਅਰਥ ਲਈ ਜਾਗਰੂਕ ਕੀਤਾ। ਜੇਕਰ ਤੁਸੀਂ ਪ੍ਰਾਰਥਨਾ ਕਰੋ ਤਾਂ ਜੋ ਕੁਝ ਤੁਸੀਂ ਮੰਗਦੇ ਹੋ ਉਹ ਪੱਕਾ ਹੀ ਤੁਹਾਨੂੰ ਦਿੱਤਾ ਜਾਵੇਗਾ ਅਤੇ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ। ਹਾਲਾਂਕਿ ਜਦੋਂ ਲੋਕਾਂ ਦੇ ਜੀਵਨ ਵਿੱਚ ਸਭ ਕੁਝ ਠੀਕ ਅਤੇ ਕਰਮ ਵਿੱਚ ਚੱਲ ਰਿਹਾ ਹੋਵੇ ਤਾਂ ਉਹ ਸ਼ਾਇਦ ਹੀ ਕਦੇ ਪ੍ਰਾਰਥਨਾ ਕਰਦੇ ਹਨ। ਆਤਮਾ ਦੇ ਸਾਹ ਲੈਣ ਦਾ ਮਤਲਬ ਕੀ ਹੈ? ਉਹ ਪ੍ਰਾਰਥਨਾ ਹੈ। ਪ੍ਰਾਰਥਨਾ ਨਾ ਕਰਨਾ ਸਾਹ ਨਾ ਲੈਣ ਵਰਗਾ ਹੈ। ਜੇਕਰ ਅਸੀਂ ਪ੍ਰਾਰਥਨਾ ਕਰਨ ਲਈ ਆਲਸੀ ਹੋ ਜਾਂਦੇ ਹਾਂ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਡੀ ਆਤਮਾ ਮਰ ਰਹੀ ਹੈ। ਇਸ ਲਈ ਸਾਨੂੰ ਪ੍ਰਾਰਥਨਾ ਦੇ ਮਹੱਤਵ ਬਾਰੇ ਮਹਿਸੂਸ ਕਰਾਉਣ ਲਈ ਯਿਸੂ ਮਸੀਹ ਨੇ ਤੜਕੇ ਪ੍ਰਾਰਥਨਾ ਕਰਨ ਦਾ ਨਮੂਨਾ ਦਿਖਾਇਆ। ਆਓ ਅਸੀਂ ਮਰਕੁਸ ਅਧਿਆਇ 1 ਦੇ ਦੁਆਰਾ ਇਸ ਦੀ ਪੁਸ਼ਟੀ ਕਰੀਏ। ਅਧਿਆਇ 1 ਵਚਨ 35। ਉਹ ਵੱਡੇ ਤੜਕੇ ਕੁਝ ਰਾਤ ਰਹਿੰਦਿਆਂ ਉੱਠ ਕੇ ਬਾਹਰ ਨਿਕਲਿਆ ਅਤੇ ਇੱਕ ਉਜਾੜ ਥਾਂ ਵਿੱਚ ਜਾ ਕੇ ਉੱਥੇ ਕੀ ਕਰ ਰਹੇ ਸੀ? ਉਹਨਾਂ ਨੇ ਪ੍ਰਾਰਥਨਾ ਕੀਤੀ। ਇਸ ਧਰਤੀ ਉੱਤੇ ਆਪਣੇ ਪੂਰੇ ਜੀਵਨ ਵਿੱਚ ਯਿਸੂ ਮਸੀਹ ਨੇ ਇੱਕ ਵੀ ਦਿਨ ਛੱਡੇ ਬਿਨਾਂ ਇੱਕ ਇਕੱਲੀ ਜਗ੍ਹਾ ਵਿੱਚ ਸਵੇਰੇ ਜਲਦੀ ਉੱਠ ਕੇ ਪ੍ਰਾਰਥਨਾ ਕੀਤੀ। ਇਸ ਪ੍ਰਕਾਰ ਉਹਨਾਂ ਨੇ ਸਾਨੂੰ ਪ੍ਰਾਰਥਨਾ ਕਰਨ ਦਾ ਨਮੂਨਾ ਦਿਖਾਇਆ। ਉਹਨਾਂ ਨੇ ਸਾਰੀ ਮਨੁੱਖ ਜਾਤੀ ਨੂੰ ਪ੍ਰਾਰਥਨਾ ਦੇ ਦੁਆਰਾ ਪ੍ਰਚਾਰ ਦੀ ਸਮਰੱਥਾ ਨੂੰ ਵਧਾਉਣ, ਪਰਮੇਸ਼ਵਰ ਦੇ ਰਾਜ ਦੀ ਘੋਸ਼ਣਾ ਕਰਨ
ਅਤੇ ਕਈ ਆਤਮਾਵਾਂ ਨੂੰ ਬਚਾਉਣ ਲਈ ਹਰ ਦਿਨ ਯਤਨ ਨਾਲ ਮੁਕਤੀ ਦੀ ਖਬਰ ਦਾ ਪ੍ਰਚਾਰ ਕਰਨ ਦਾ ਨਮੂਨਾ ਦਿਖਾਇਆ। ਸਾਰੇ ਲੋਕੋ, ਸਾਡੀ ਪ੍ਰਾਰਥਨਾ ਸ਼ਕਤੀਹੀਨ ਲੱਗ ਸਕਦੀ ਹੈ, ਜਿਵੇਂ ਕਿ ਅਸੀਂ 5 ਜਾਂ 10 ਮਿੰਟਾਂ ਲਈ ਪਰਮੇਸ਼ਵਰ ਅੱਗੇ ਬੁੜਬੁੜਾ ਰਹੇ ਹੋਈਏ। ਅਸੀਂ ਇਹ ਸੋਚ ਸਕਦੇ ਹਾਂ ਕਿ ਪ੍ਰਾਰਥਨਾ ਸਾਡੀ ਉਹਨਾਂ ਇੱਛਾਵਾਂ ਨੂੰ ਦੱਸਣ ਦਾ ਸਮਾਂ ਹੈ ਜੋ ਸ਼ਾਇਦ ਕਦੇ ਪੂਰੀਆਂ ਨਹੀਂ ਹੋਣਗੀਆਂ। ਹਾਲਾਂਕਿ ਇਹ ਗਲਤ ਹੈ। ਅਸਲ ਵਿੱਚ ਪ੍ਰਾਰਥਨਾ ਵਿੱਚ ਸਾਡੀ ਅਣਗਿਣਤ ਇੱਛਾਵਾਂ ਨੂੰ ਪੂਰੀ ਕਰਨ ਦੀ ਸ਼ਕਤੀ ਹੁੰਦੀ ਹੈ। ਇਸ ਲਈ ਪਰਮੇਸ਼ਵਰ ਸਾਨੂੰ ਕਿੰਨੀ ਵਾਰ ਪ੍ਰਾਰਥਨਾ ਕਰਨ ਲਈ ਕਹਿੰਦੇ ਹਨ। ਪਰਮੇਸ਼ਵਰ ਕਹਿੰਦੇ ਹਨ, ਭਾਵੇਂ ਕੁਝ ਵੀ ਹੋ ਜਾਵੇ, ਹਮੇਸ਼ਾ ਖੁਸ਼ ਰਹੋ। ਇਸ ਦੇ ਨਾਲ ਪਰਮੇਸ਼ਵਰ ਨੇ ਸਾਨੂੰ ਕੀ ਕਰਨ ਲਈ ਕਿਹਾ? ਉਹਨਾਂ ਨੇ ਇਹ ਵੀ ਕਿਹਾ, ਹਰ ਸਮੇਂ ਪ੍ਰਾਰਥਨਾ ਵਿੱਚ ਲੱਗੇ ਰਹੋ। ਇਸ ਦਾ ਮਤਲਬ ਇਹ ਹੈ ਕਿ ਸਿਰਫ ਸਾਨੂੰ 1 ਜਾਂ 2 ਮਿੰਟਾਂ ਲਈ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ। ਪਰਮੇਸ਼ਵਰ ਨੇ ਸਾਨੂੰ ਹਰ ਸਮੇਂ ਪ੍ਰਾਰਥਨਾ ਕਰਨ ਲਈ ਕਿਹਾ ਹੈ। ਜੇਕਰ ਅਸੀਂ ਸਾਹ ਨਾ ਲਈਏ ਤਦ ਇਹ ਬਹੁਤ ਦੁਖਦਾਈ ਹੋਵੇਗਾ ਅਤੇ ਸਾਡੇ ਸਰੀਰਕ ਸਰੀਰ ਦਾ ਦਮ ਘੁੱਟਦਾ ਹੈ। ਉਸੇ ਤਰ੍ਹਾਂ ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰਦੇ ਤਾਂ ਸਾਡੀ ਆਤਮਾ ਦਾ ਦਮ ਘੁੱਟਦਾ ਹੈ। ਇਸ ਪ੍ਰਕਾਰ ਸਾਨੂੰ ਕਿੰਨੀ ਵਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ? ਸਾਨੂੰ ਹਰ ਸਮੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਸੀਂ ਅਜਿਹਾ ਸੋਚ ਸਕਦੇ ਹਾਂ ਕਿ ਪ੍ਰਾਰਥਨਾ ਵਿੱਚ ਕੋਈ ਸ਼ਕਤੀ ਨਹੀਂ ਹੈ, ਪਰ ਜਦੋਂ 2000 ਸਾਲ ਪਹਿਲਾਂ ਯਿਸੂ ਇਸ ਧਰਤੀ ਉੱਤੇ ਆਏ ਤਦ ਉਹਨਾਂ ਨੇ ਸਾਨੂੰ ਪ੍ਰਾਰਥਨਾ ਦਾ ਸਭ ਤੋਂ ਚੰਗਾ ਨਮੂਨਾ ਦਿਖਾਇਆ। ਆਓ ਅਸੀਂ ਮਰਕੁਸ ਅਧਿਆਇ 9 ਵਿੱਚ ਜਾ ਕੇ ਦੇਖੀਏ ਕਿ ਪ੍ਰਾਰਥਨਾ ਵਿੱਚ ਪਰਮੇਸ਼ਵਰ ਦੀ ਕਿੰਨੀ ਸ਼ਕਤੀ ਸ਼ਾਮਲ ਹੈ। ਮਰਕੁਸ ਅਧਿਆਇ 9 ਵਚਨ 17। ਭੀੜ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ, ਗੁਰੂ ਜੀ, ਮੈਂ ਆਪਣਾ ਪੁੱਤਰ ਜਿਹਨੂੰ ਗੂੰਗੀ ਰੂਹ ਚਿੰਬੜੀ ਹੋਈ ਹੈ ਤੇਰੇ ਕੋਲ ਲਿਆਇਆ, ਔਰ ਉਹ ਜਿੱਥੇ ਕਿਤੇ ਉਹਨੂੰ ਫੜਦੀ ਉਸ ਨੂੰ ਪਟਕਾ ਦਿੰਦੀ ਹੈ ਅਤੇ ਉਹ ਝੱਗ ਛੱਡਦਾ ਅਤੇ ਦੰਦ ਪੀਂਦਾ ਅਤੇ ਸੁੱਕਦਾ ਜਾਂਦਾ ਹੈ। ਔਰ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਸ ਨੂੰ ਕੱਢ ਦੇਣ, ਪਰ ਉਹ ਨਾ ਕੱਢ ਸਕੇ। ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਹੇ ਬੇਪ੍ਰਤੀਤ ਪੀੜ੍ਹੀ, ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ, ਕਦ ਤੋੜੀ ਤੁਹਾਡੀ ਸਹਾਂਗਾ। ਉਹਨੂੰ ਮੇਰੇ ਕੋਲ ਲਿਆਓ। ਉਹ ਉਸਨੂੰ ਉਸਦੇ ਕੋਲ ਲਿਆਏ, ਔਰ ਜਾ ਉਸਨੇ ਉਹਨੂੰ ਵੇਖਿਆ ਤਾਂ ਰੂਹ ਨੇ ਉਸੇ ਵੇਲੇ ਉਹਨੂੰ ਵੱਡਾ ਮਰੋੜਿਆ ਅਤੇ ਉਹ ਭੂਵੇਂ ਡਿੱਗ ਪਿਆ ਔਰ ਝੱਗ ਛੱਡਦਾ ਹੋਇਆ ਲੇਟਣ ਲੱਗਾ। ਉਸਨੇ ਉਹਦੇ ਪਿਓ ਨੂੰ ਪੁੱਛਿਆ, ਕਿੰਨੇ ਕੁ ਚਿਰ ਤੋਂ ਇਹ ਉਸਨੂੰ ਹੋਇਆ? ਉਹ ਬੋਲਿਆ, ਛੋਟੇ ਹੁੰਦਿਆਂ ਹੀ ਤੋਂ, ਅਤੇ ਕਈ ਵਾਰੀ ਉਸਨੇ ਇਹਨੂੰ ਅੱਗ ਵਿੱਚ ਔਰ ਪਾਣੀ ਵਿੱਚ ਵੀ ਸੁੱਟਿਆ ਹੈ, ਭਈ ਇਹਦਾ ਨਾਸ਼ ਕਰੇ। ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ। ਯਿਸੂ ਨੇ ਉਹਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ, ਪ੍ਰਤੀਤ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ ਹੈ। ਸਾਨੂੰ ਪਰਮੇਸ਼ਵਰ ਦੀ ਸ਼ਕਤੀ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਸਾਨੂੰ ਵਿਸ਼ਵਾਸ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ ਨਾ? ਵਚਨ 24। ਉਸੇ ਵੇਲੇ ਉਸ ਬਾਲਕ ਦਾ ਪਿਓ ਉੱਚੀ ਆਵਾਜ਼ ਨਾਲ ਕਹਿਣ ਲੱਗਾ, ਮੈਂ ਪ੍ਰਤੀਤ ਕਰਦਾ ਹਾਂ ਤੁਸੀਂ ਮੇਰੀ ਬੇਪ੍ਰਤੀਤੀ ਦਾ ਉਪਾਅ ਕਰੋ। ਜਦ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ ਤਦ ਉਹਨੇ ਪਰਿਸ਼ਟ ਰੂਹ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੂੰਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਕਰਦਾ ਹਾਂ, ਜੋ ਇਸ ਵਿੱਚੋਂ ਨਿਕਲ ਜਾ ਅਤੇ ਫਿਰ ਕਦੇ ਇਸ ਵਿੱਚ ਨਾ ਵੜੀ। ਤਾਂ ਉਹ ਚੀਕ ਮਾਰ ਕੇ ਔਰ ਉਸ ਨੂੰ ਬਹੁਤ ਮਰੋੜ ਕੇ ਉਸ ਵਿੱਚੋਂ ਨਿਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ। ਇੱਥੋਂ ਤੋੜੀ ਜੋ ਬਹੁਤਿਆਂ ਨੇ ਆਖਿਆ ਉਹ ਮਰ ਗਿਆ, ਪਰ ਯਿਸੂ ਨੇ ਉਹਦਾ ਹੱਥ ਫੜ ਕੇ ਉਹਨੂੰ ਉਠਾ ਲਿਆ ਅਤੇ ਉਹ ਉੱਠ ਖੜਾ ਹੋਇਆ। ਜਦ ਯਿਸੂ ਘਰ ਵਿੱਚ ਆਇਆ ਤਾਂ ਉਹਦੇ ਚੇਲਿਆਂ ਨੇ ਨਿਰਾਲੇ ਵਿੱਚ ਉਹਦੇ ਕੋਲ ਅਰਜ਼ ਕੀਤਾ ਕਿ ਅਸੀਂ ਉਹਨੂੰ ਕਿਉਂ ਨਾ ਕੱਢ ਸਕੇ। ਉਸਨੇ ਉਹਨਾਂ ਨੂੰ ਕਿਹਾ ਕਿ ਇਸ ਪ੍ਰਕਾਰ ਦੀ ਪ੍ਰਾਰਥਨਾ ਬਿਨਾਂ ਕਿਸੇ ਹੋਰ ਤਰ੍ਹਾਂ ਨਹੀਂ ਨਿਕਲ ਸਕਦੀ। ਪਰਮੇਸ਼ਵਰ ਨੇ ਸਾਨੂੰ ਸਪਸ਼ਟ ਰੂਪ ਨਾਲ ਜਾਣਨ ਦਿੱਤਾ ਕਿ ਇਸ ਪ੍ਰਕਾਰ ਦੀ ਸ਼ਕਤੀ ਅਤੇ ਅਧਿਕਾਰ ਪ੍ਰਾਰਥਨਾ ਤੋਂ ਬਿਨਾਂ ਕਦੇ ਨਹੀਂ ਹੋ ਸਕਦੇ। ਮੈਨੂੰ ਯਕੀਨ ਹੈ ਕਿ ਉਸ ਸਮੇਂ ਤੋਂ ਚੇਲਿਆਂ ਨੇ ਹਰ ਸਮੇਂ ਪ੍ਰਾਰਥਨਾ ਕੀਤੀ। ਯਿਸੂ ਨੇ ਤੜਕੇ ਜਲਦੀ ਉੱਠ ਕੇ ਮਨੁੱਖ ਜਾਤੀ ਦੀ ਮੁਕਤੀ ਲਈ ਪ੍ਰਾਰਥਨਾ ਕਰਦੇ ਹੋਏ ਪ੍ਰਾਰਥਨਾ ਦਾ ਜੀਵਨ ਬਿਤਾਇਆ। ਜਿਵੇਂ ਬਾਈਬਲ ਸਾਨੂੰ ਹਰ ਸਮੇਂ ਪ੍ਰਾਰਥਨਾ ਕਰਨ ਲਈ ਸਿਖਾਉਂਦੀ ਹੈ। ਜਦੋਂ ਚੇਲੇ ਵਿਅਸਤ ਸੀ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ ਤਾਂ ਉਹਨਾਂ ਨੂੰ ਪ੍ਰਾਰਥਨਾ ਦੀ ਜ਼ਰੂਰਤ ਦਾ ਅਹਿਸਾਸ ਨਹੀਂ ਹੋਇਆ। ਪਰ ਜਦੋਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਸਿਰਫ ਉਦੋਂ ਹੀ ਉਹਨਾਂ ਨੇ ਤੁਰੰਤ ਪ੍ਰਾਰਥਨਾ ਕੀਤੀ। ਇਸ ਲਈ ਯਿਸੂ ਨੇ ਚੇਲਿਆਂ ਨੂੰ ਇਹ ਸਪਸ਼ਟ ਕਰ ਦਿੱਤਾ ਕਿ ਉਹ ਇਸ ਤਰ੍ਹਾਂ ਦਾ ਅਧਿਕਾਰ ਪ੍ਰਾਪਤ ਨਹੀਂ ਕਰ ਸਕਦੇ। ਯਿਸੂ ਨੇ ਇਹ ਕਹਿ ਕੇ ਚੇਲਿਆਂ ਨੂੰ ਸਿੱਖਿਆ ਦਿੱਤੀ, ਤੁਹਾਡੇ ਕੋਲ ਅਜਿਹੀ ਸ਼ਕਤੀ ਨਾ ਹੋਣ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਤੁਸੀਂ ਕਾਫੀ ਮਾਤਰਾ ਵਿੱਚ ਪ੍ਰਾਰਥਨਾ ਨਹੀਂ ਕਰਦੇ। ਮਰਕੁਸ ਅਧਿਆਇ 9 ਵਿੱਚ ਯਿਸੂ ਨੇ ਸਪਸ਼ਟ ਰੂਪ ਨਾਲ ਕਿਹਾ, ਇਹ ਕੌਮ ਬਿਨਾਂ ਪ੍ਰਾਰਥਨਾ ਕਿਸੇ ਹੋਰ ਤਰੀਕੇ ਨਾਲ ਨਹੀਂ ਨਿਕਲ ਸਕਦੀ। ਉਹਨਾਂ ਨੇ ਦੱਸਿਆ ਕਿ ਚੇਲਿਆਂ ਕੋਲ ਉਸ ਪ੍ਰਕਾਰ ਦੀ ਸ਼ਕਤੀ ਇਸ ਕਰਕੇ ਨਹੀਂ ਹੈ
ਕਿਉਂਕਿ ਉਹਨਾਂ ਨੇ ਕਾਫੀ ਮਾਤਰਾ ਵਿੱਚ ਪ੍ਰਾਰਥਨਾ ਨਹੀਂ ਕੀਤੀ। ਪਰਮੇਸ਼ਵਰ ਪ੍ਰਾਰਥਨਾ ਦੁਆਰਾ ਸਾਨੂੰ ਸ਼ਕਤੀ ਦਿੰਦੇ ਹਨ। ਇਸ ਸਾਲ ਪਤਝੜ ਦੇ ਪਰਵਾਂ ਵਿੱਚ ਆਓ ਅਸੀਂ ਇਹ ਸੋਚ ਕੇ ਆਦਤ ਅਨੁਸਾਰ ਪ੍ਰਾਰਥਨਾ ਨਾ ਕਰੀਏ ਮੈਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਇੱਕ ਪਰਵ ਹੈ। ਇਸ ਦੇ ਬਜਾਏ ਸਾਨੂੰ ਇਸ ਸਾਲ ਆਪਣੇ ਪੂਰੇ ਦਿਲ ਨਾਲ ਖੜਕਾਉਂਦੇ ਹੋਏ, ਆਪਣੀ ਪੂਰੀ ਆਤਮਾ ਤੋਂ ਮੰਗਦੇ ਹੋਏ ਅਤੇ ਆਪਣੀ ਪੂਰੀ ਤਾਕਤ ਨਾਲ ਲੱਭਦੇ ਹੋਏ ਪ੍ਰਾਰਥਨਾ ਕਰਨੀ ਚਾਹੀਦੀ ਹੈ। ਫਿਰ ਸਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ ਅਤੇ ਰਸਤਾ ਮਿਲ ਜਾਵੇਗਾ। ਅਸੀਂ ਦੇਖਾਂਗੇ ਕਿ ਅਸੀਂ ਜੋ ਮੰਗਿਆ ਹੈ ਉਹ ਸੱਚ ਹੁੰਦਾ ਹੈ ਜਾਂ ਨਹੀਂ। ਜੇਕਰ ਅਸੀਂ ਵਿਸ਼ਵਾਸ ਨਾਲ ਖੁਸ਼ਖਬਰੀ ਦਾ ਕੰਮ ਕਰੀਏ ਫਿਰ ਇੱਕ ਦਿਨ ਅਸੀਂ ਕਹਾਂਗੇ, ਵਾਹ, ਖੁਸ਼ਖਬਰੀ ਪਹਿਲਾਂ ਹੀ ਪੂਰੀ ਹੋ ਗਈ ਹੈ ਅਤੇ ਪਰਮੇਸ਼ਵਰ ਨੇ ਸਿਯੋਨ ਨੂੰ ਸਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਸਥਾਪਿਤ ਕਰ ਦਿੱਤਾ ਹੈ। ਹਰ ਜਗ੍ਹਾ ਤੁਸੀਂ ਮੈਂਬਰਾਂ ਨੂੰ ਇਹ ਕਹਿੰਦੇ ਹੋਏ ਸੁਣੋਗੇ, ਅਸੀਂ ਧਰਤੀ ਦੇ ਬੰਨੇ ਤੱਕ ਪਹੁੰਚ ਗਏ ਹਾਂ, ਅਸੀਂ ਧਰਤੀ ਦੇ ਬੰਨੇ ਤੱਕ ਖੁਸ਼ਖਬਰੀ ਨੂੰ ਪੂਰਾ ਕਰ ਲਿਆ ਹੈ। ਸਾਰੇ ਲੋਕੋ, ਕਈਆਂ ਮਹਾਦੀਪਾਂ ਵਿੱਚ ਖੁਸ਼ਖਬਰੀ ਅੰਤਮ ਮੰਜ਼ਲ ਤੇ ਹੈ। ਇਸ ਕਰਕੇ ਸਾਨੂੰ ਇਸ ਪਤਝੜ ਦੇ ਪਰਵਾਂ ਜਰੀਏ ਵਧੇਰੀ ਇਮਾਨਦਾਰੀ ਨਾਲ ਪ੍ਰਾਰਥਨਾ ਕਰਨ ਦੇ ਦੁਆਰਾ ਜਾਗਰੂਕ ਹੋਣ ਦੀ ਜ਼ਰੂਰਤ ਹੈ। ਖੁਸ਼ਖਬਰੀ ਅਫਰੀਕਾ ਵਿੱਚ ਪੂਰੀ ਹੋ ਗਈ ਹੈ। ਖੁਸ਼ਖਬਰੀ ਉਹਨਾਂ ਯੂਰੋਪੀਅਨ ਖੇਤਰਾਂ ਵਿੱਚ ਵੀ ਪੂਰੀ ਕੀਤੀ ਗਈ ਹੈ ਜਿੱਥੇ ਇਹ ਹੌਲੀ ਹੋਇਆ ਕਰਦਾ ਸੀ। ਸਾਡੀ ਇਮਾਨਦਾਰ ਪ੍ਰਾਰਥਨਾ ਦੇ ਦੁਆਰਾ ਅਸੀਂ ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਨੂੰ ਇਹ ਕਿਰਪਾਪੂਰਨ ਅਤੇ ਹੈਰਾਨੀਜਨਕ ਖਬਰ ਦੇਣ ਵਿੱਚ ਸਫਲ ਹੋਵਾਂਗੇ ਕਿਉਂਕਿ ਪਰਮੇਸ਼ਵਰ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਸ਼ਕਤੀ ਸਿਰਫ ਪ੍ਰਾਰਥਨਾ ਨਾਲ ਹੀ ਨਿਕਲ ਸਕਦੀ ਹੈ। ਇਸ ਲਈ ਕਿਰਪਾ ਪ੍ਰਾਰਥਨਾ ਦੀ ਸ਼ਕਤੀ ਉੱਤੇ ਵਿਸ਼ਵਾਸ ਕਰੋ। ਇਹ ਮੇਰੇ ਸ਼ਬਦ ਨਹੀਂ ਹਨ ਕਿ ਯਿਸੂ ਨੇ ਖੁਦ ਬਾਈਬਲ ਵਿੱਚ ਆਪਣੇ ਵਚਨਾਂ ਦੇ ਦੁਆਰਾ ਮਨੁੱਖ ਜਾਤੀ ਨੂੰ ਪ੍ਰਾਰਥਨਾ ਦੇ ਮਹੱਤਵ ਅਤੇ ਸ਼ਕਤੀ ਬਾਰੇ ਜਾਣਕਾਰੀ ਨਹੀਂ ਦਿੱਤੀ। ਪ੍ਰਾਰਥਨਾ ਵਿੱਚ ਕਈ ਹੋਰ ਆਸੀਸ਼ਾਂ ਵੀ ਸ਼ਾਮਲ ਹਨ। ਜੇਕਰ ਅਸੀਂ ਯਤਨ ਨਾਲ ਪ੍ਰਾਰਥਨਾ ਕਰੀਏ ਤਾਂ ਅਸੀਂ ਪ੍ਰੀਖਿਆ ਵਿੱਚ ਨਹੀਂ ਪਵਾਂਗੇ। ਪ੍ਰਾਰਥਨਾ ਦੇ ਦੁਆਰਾ ਅਸੀਂ ਪਰਮੇਸ਼ਵਰ ਦੀ ਸ਼ਕਤੀ ਨੂੰ ਮੰਗ ਸਕਦੇ ਹਾਂ। ਪ੍ਰਾਰਥਨਾ ਪ੍ਰੀਖਿਆ ਉੱਤੇ ਜਿੱਤ ਪ੍ਰਾਪਤ ਕਰਨ ਵਿੱਚ ਸਾਡੀ ਸਹਾਇਤਾ ਕਰਦੀ ਹੈ ਅਤੇ ਪ੍ਰਾਰਥਨਾ ਸਾਨੂੰ ਉਸ ਗਿਆਨ ਨਾਲ ਭਰ ਸਕਦੀ ਹੈ ਜਿਸ ਦੀ ਸਾਡੇ ਕੋਲ ਕਮੀ ਹੈ। ਇਸ ਪ੍ਰਕਾਰ ਦੀ ਹੈਰਾਨੀਜਨਕ ਆਸੀਸ਼ਾਂ ਪ੍ਰਾਰਥਨਾ ਵਿੱਚ ਸ਼ਾਮਲ ਹਨ। ਆਓ ਅਸੀਂ ਮਤੀ ਅਧਿਆਇ 26 ਪੜ੍ਹੀਏ। ਆਓ ਅਸੀਂ ਵਚਨ 40 ਦੇਖੀਏ। ਅਤੇ ਚੇਲਿਆਂ ਦੇ ਕੋਲ ਆਣ ਕੇ ਉਸ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ, ਇਹ ਕੀ ਤੁਹਾਥੋਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਹੋਇਆ? ਜਾਗੋ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਾਓ। ਪਰਮੇਸ਼ਵਰ ਨੇ ਸਾਨੂੰ ਇੱਕ ਮਹੱਤਵਪੂਰਨ ਆਤਮਿਕ ਹਥਿਆਰ ਦਿੱਤਾ ਹੈ ਜਿਸ ਨੂੰ ਪ੍ਰਾਰਥਨਾ ਕਿਹਾ ਜਾਂਦਾ ਹੈ। ਇਹ ਇੱਕ ਅਜਿਹਾ ਸਾਧਨ ਹੈ ਜੋ ਸਾਨੂੰ ਪਰਤਾਵੇ ਵਿੱਚ ਨਾ ਫਸਣ ਲਈ ਅਗਵਾਈ ਕਰਦਾ ਹੈ। ਆਓ ਯਾਕੂਬ ਅਧਿਆਇ 1 ਉੱਤੇ ਜਾਈਏ। ਪ੍ਰਾਰਥਨਾ ਅਨੰਤ ਗਿਆਨ ਦੇ ਦਰਵਾਜ਼ੇ ਵੀ ਖੋਲਦੀ ਹੈ। ਆਓ ਅਸੀਂ ਯਾਕੂਬ ਅਧਿਆਇ 1 ਵਚਨ 5 ਵਿੱਚ ਪਰਮੇਸ਼ਵਰ ਦੀ ਸਿੱਖਿਆ ਦੇਖੀਏ। ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਕੀ ਕਰੇ? ਪਰਮੇਸ਼ਵਰ ਕੋਲੋਂ ਮੰਗੇ। ਇਸ ਦਾ ਮਤਲਬ ਇਹ ਹੈ ਕਿ ਸਾਨੂੰ ਪਰਮੇਸ਼ਵਰ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਿਹੜਾ ਸਭਨਾਂ ਨੂੰ ਖੁੱਲੇ ਦਿਲ ਨਾਲ ਬਿਨਾਂ ਉਲਾਂਭੇ ਦੇ ਦਿੰਦਾ ਹੈ ਤਾਂ ਉਹਨੂੰ ਦਿੱਤੀ ਜਾਵੇਗੀ। ਜਦੋਂ ਅਸੀਂ ਉਸ ਬੁੱਧ ਲਈ ਪ੍ਰਾਰਥਨਾ ਕਰਾਂਗੇ ਜਿਸ ਦੀ ਸਾਡੇ ਕੋਲ ਕਮੀ ਹੈ ਤਾਂ ਅਸੀਂ ਬਹੁਤ ਮਾਤਰਾ ਵਿੱਚ ਬੁੱਧ ਪ੍ਰਾਪਤ ਕਰਾਂਗੇ। ਇਹ ਕਿਸੇ ਮਨੁੱਖ ਦਾ ਵਾਅਦਾ ਨਹੀਂ ਹੈ ਪਰ ਇਹ ਪਰਮੇਸ਼ਵਰ ਦੁਆਰਾ ਲਿਖੇ ਗਏ ਵਚਨਾਂ ਵਿੱਚ ਲਿਖਿਆ ਹੈ। ਪ੍ਰਾਰਥਨਾ ਦੇ ਦੁਆਰਾ ਅਸੀਂ ਪਰਮੇਸ਼ਵਰ ਦੀ ਸ਼ਕਤੀ ਨੂੰ ਮੰਗ ਸਕਦੇ ਹਾਂ। ਪ੍ਰਾਰਥਨਾ ਦੇ ਦੁਆਰਾ ਅਸੀਂ ਬੁੱਧ ਪ੍ਰਾਪਤ ਕਰ ਸਕਦੇ ਹਾਂ। ਪ੍ਰਾਰਥਨਾ ਸਾਨੂੰ ਪ੍ਰੀਖਿਆ ਵਿੱਚ ਨਾ ਫਸਣ ਲਈ ਅਗਵਾਈ ਕਰਦੀ ਹੈ। ਲੂਕਾ ਅਧਿਆਇ 11 ਦੇ ਅਨੁਸਾਰ ਪ੍ਰਾਰਥਨਾ ਸਾਨੂੰ ਪਵਿੱਤਰ ਆਤਮਾ ਦੀ ਸਮਰਥ ਵੀ ਦਿੰਦੀ ਹੈ। ਪਰਮੇਸ਼ਵਰ ਨੇ ਕਿਹਾ ਕਿ ਉਹ ਉਹਨਾਂ ਦੀ ਪ੍ਰਾਰਥਨਾਵਾਂ ਸੁਣਦੇ ਹਨ ਜੋ ਉਹਨਾਂ ਦੇ ਹੁਕਮਾਂ ਨੂੰ ਮੰਨਦੇ ਹਨ। ਪਰਮੇਸ਼ਵਰ ਸਾਨੂੰ ਜ਼ਬੂਰਾਂ ਦੀ ਪੋਥੀ ਅਧਿਆਇ 51 ਦੇ ਦੁਆਰਾ ਇਹ ਵੀ ਜਾਣਨ ਦਿੰਦੇ ਹਨ ਕਿ ਜੇਕਰ ਅਸੀਂ ਪ੍ਰਾਰਥਨਾ ਕਰੀਏ ਤਾਂ ਅਸੀਂ ਪਰਮੇਸ਼ਵਰ ਤੋਂ ਸਹਾਇਤਾ ਪ੍ਰਾਪਤ ਕਰ ਸਕਦੇ ਹਾਂ। ਅਸੀਂ ਪਰਮੇਸ਼ਵਰ ਤੋਂ ਪਾਪ ਨਾ ਕਰਨ ਲਈ ਵੀ ਸਹਾਇਤਾ ਮੰਗ ਸਕਦੇ ਹਾਂ। ਇਸ ਯੁੱਗ ਵਿੱਚ ਲੋਕ ਬਹੁਤ ਹੀ ਵਿਅਸਤ ਜੀਵਨ ਜੀ ਰਹੇ ਹਨ। ਲੋਕ ਆਪਣੇ ਰੁਜ਼ਗਾਰ ਅਤੇ ਆਪਣੇ ਨਿੱਜੀ ਮਾਮਲਿਆਂ ਵਿੱਚ ਵਿਅਸਤ ਹਨ। ਇੱਥੋਂ ਤੱਕ ਕਿ ਉਹਨਾਂ ਕੋਲ ਖੁਦ ਦੇ ਬਾਰੇ ਵੀ ਵਿਚਾਰ ਕਰਨ ਦਾ ਸਮਾਂ ਨਹੀਂ ਹੈ ਕਿਉਂਕਿ ਪਰਮੇਸ਼ਵਰ ਪਹਿਲਾਂ ਤੋਂ ਇਹ ਜਾਣਦੇ ਸੀ। ਇਸ ਲਈ ਉਹਨਾਂ ਨੇ ਇਹਨਾਂ ਪਰਵਾਂ ਨੂੰ 3500 ਸਾਲ ਪਹਿਲਾਂ ਨਿਯੁਕਤ ਕੀਤਾ ਅਤੇ ਤੂਰੀ ਵਜਾਉਣ ਦੇ ਪਰਵ ਤੋਂ ਪ੍ਰਾਇਚਿਤ ਦੇ ਦਿਨ ਤੱਕ ਖੁਦ ਉੱਤੇ ਵਿਚਾਰ ਕਰਦੇ ਹੋਏ ਪ੍ਰਾਰਥਨਾ ਕਰਨ ਲਈ ਕਾਫੀ ਸਮਾਂ ਦਿੱਤਾ। ਜੇਕਰ ਠੀਕ ਤਰ੍ਹਾਂ ਸਾਹ ਨਾ ਲੈਣ ਦੇ ਕਾਰਨ ਸਾਡੀ ਆਤਮਾ ਦਾ ਦਮ ਘੁੱਟ ਰਿਹਾ ਹੈ ਤਾਂ ਸਾਨੂੰ ਬਦਲਣਾ ਚਾਹੀਦਾ ਹੈ ਤਾਂ ਜੋ ਸਾਡੀ ਆਤਮਾ ਆਰਾਮ ਨਾਲ ਸਾਹ ਲੈ ਸਕੇ।
ਆਓ ਅਸੀਂ ਆਤਮਿਕ ਰੂਪ ਨਾਲ ਸਾਹ ਲੈਣ ਦੇ ਆਪਣੇ ਤਰੀਕੇ ਨੂੰ ਬਦਲ ਦਈਏ ਤਾਂ ਜੋ ਸਾਡੀ ਆਤਮਾ ਆਸਾਨੀ ਨਾਲ ਸਾਹ ਲੈ ਸਕੇ ਅਤੇ ਪਰਮੇਸ਼ਵਰ ਨੂੰ ਚੜਾਈਆਂ ਜਾਣ ਵਾਲੀਆਂ ਸਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਬਹੁਤ ਸਾਰੀਆਂ ਆਸੀਸ਼ਾਂ ਦਾ ਅਨੁਭਵ ਕਰੀਏ। ਪਰਮੇਸ਼ਵਰ ਨੇ ਬਾਈਬਲ ਦੇ ਦੁਆਰਾ ਪ੍ਰਾਰਥਨਾ ਦੀ ਸ਼ਕਤੀ ਬਾਰੇ ਵਿਸਥਾਰ ਨਾਲ ਵਿਆਖਿਆ ਕੀਤੀ ਹੈ। ਕਈ ਚੀਜ਼ਾਂ ਵਿੱਚੋਂ ਜਿਸ ਲਈ ਸਾਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ। ਇਸ ਪਰਵ ਦੇ ਦੌਰਾਨ ਸਾਨੂੰ ਪ੍ਰਾਇਚਿਤ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਆਓ ਅਸੀਂ ਪ੍ਰਾਇਚਿਤ ਨਾਲ ਸੰਬੰਧਿਤ ਵਚਨਾਂ ਨੂੰ ਦੇਖੀਏ। ਸਾਨੂੰ ਪ੍ਰਾਇਚਿਤ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਆਓ ਜ਼ਬੂਰਨ ਦੀ ਪੋਥੀ ਅਧਿਆਇ 51 ਵਚਨ 17 ਦੇਖੀਏ। ਅਧਿਆਇ 51 ਵਚਨ 17। ਪਰਮੇਸ਼ਵਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ। ਹੇ ਪਰਮੇਸ਼ਵਰ, ਟੁੱਟੇ ਅਤੇ ਆਜਿਜ਼ ਦਿਲ ਨੂੰ ਤੂੰ ਪਰਮੇਸ਼ਵਰ ਉਸ ਨੂੰ ਕੀ ਨਹੀਂ ਕਰਦੇ? ਉਹ ਉਸ ਨੂੰ ਤੁਛ ਨਾ ਜਾਣੇਗਾ। ਟੁੱਟਾ ਅਤੇ ਆਜਿਜ਼ ਦਿਲ, ਦੂਸਰੇ ਸ਼ਬਦਾਂ ਵਿੱਚ ਇਸ ਦਾ ਮਤਲਬ ਪ੍ਰਾਇਚਿਤ ਹੈ। ਪਰਮੇਸ਼ਵਰ ਕਹਿੰਦੇ ਹਨ ਕਿ ਉਹ ਪ੍ਰਾਇਚਿਤ ਉੱਤੇ ਚੜਾਏ ਜਾਣ ਵਾਲੇ ਬਲੀਦਾਨ ਨੂੰ ਤੁਛ ਨਹੀਂ ਜਾਣਦੇ। ਆਓ ਅਸੀਂ ਜ਼ਬੂਰਨ ਦੀ ਪੋਥੀ ਅਧਿਆਇ 7 ਵਚਨ 11 ਦੇਖੀਏ। ਅਧਿਆਇ 7 ਵਚਨ 11। ਪਰਮੇਸ਼ਵਰ ਸੱਚਾ ਨਿਆਂਕਾਰ ਹੈ। ਹਾਂ, ਇੱਕੋ ਪਰਮੇਸ਼ਵਰ ਜਿਹੜਾ ਰੋਜ਼ ਖਿਜਿਆ ਰਹਿੰਦਾ ਹੈ। ਜੇ ਮਨੁੱਖ ਨਾ ਮੁੜੇ ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ। ਉਹਨੇ ਆਪਣਾ ਧਨੁਖ ਝੁਕਾ ਕੇ ਤਿਆਰ ਕਰ ਛੱਡਿਆ ਹੈ। ਬਾਈਬਲ ਕਹਿੰਦੀ ਹੈ ਕਿ ਜੇਕਰ ਮਨੁੱਖ ਨਾ ਮੁੜੇ ਤਾਂ ਪਰਮੇਸ਼ਵਰ ਆਪਣੀ ਤਲਵਾਰ ਤਿੱਖੀ ਕਰੇਗਾ। ਪਰਮੇਸ਼ਵਰ ਆਪਣੀ ਤਲਵਾਰ ਦੀ ਧਾਰ ਨੂੰ ਤੇਜ਼ ਕਿਉਂ ਕਰਦੇ ਹਨ? ਉਹ ਪ੍ਰਾਇਚਿਤ ਨਾ ਕਰਨ ਵਾਲਿਆਂ ਨੂੰ ਨਾਸ਼ ਕਰਨ ਲਈ ਅਜਿਹਾ ਕਰਦੇ ਹਨ। ਪਰਮੇਸ਼ਵਰ ਇਹ ਵੀ ਕਹਿੰਦੇ ਹਨ ਕਿ ਉਹਨਾਂ ਨੇ ਆਪਣਾ ਧਨੁਖ ਝੁਕਾ ਕੇ ਤਿਆਰ ਕਰ ਛੱਡਿਆ ਹੈ ਤਾਂ ਜੇਕਰ ਅਸੀਂ ਪ੍ਰਾਇਚਿਤ ਨਾ ਕਰੀਏ ਤਦ ਉਹ ਇਸ ਨੂੰ ਸਾਡੇ ਉੱਤੇ ਚਲਾ ਸਕਣ। ਇਸ ਪ੍ਰਕਾਰ ਪਰਮੇਸ਼ਵਰ ਹਰ ਦਿਨ ਆਪਣਾ ਕ੍ਰੋਧ ਉਹਨਾਂ ਲੋਕਾਂ ਉੱਤੇ ਪ੍ਰਗਟ ਕਰਦੇ ਹਨ ਜੋ ਪ੍ਰਾਇਚਿਤ ਨਹੀਂ ਕਰਦੇ। ਪਰਮੇਸ਼ਵਰ ਸੱਚਾ ਨਿਆਂਕਾਰ ਹੈ। ਹਾਂ, ਇੱਕ ਪਰਮੇਸ਼ਵਰ ਜਿਹੜਾ ਰੋਜ਼ ਖਿਜਿਆ ਰਹਿੰਦਾ ਹੈ। ਜੇ ਮਨੁੱਖ ਨਾ ਮੁੜੇ ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ। ਉਹਨੇ ਆਪਣਾ ਧਨੁਖ ਝੁਕਾ ਕੇ ਤਿਆਰ ਕਰ ਛੱਡਿਆ ਹੈ। ਵਚਨ 13। ਉਹਨੇ ਉਸ ਦੇ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ। ਉਹ ਆਪਣੇ ਤੀਰਾਂ ਨੂੰ ਅਗਨ ਬਾਣ ਬਣਾਉਂਦਾ ਹੈ। ਵੇਖੋ, ਉਸ ਨੂੰ ਬਦੀ ਦੀ ਪੀੜ ਲੱਗੀ ਹੋਈ ਹੈ ਅਤੇ ਸ਼ਰਾਰਤ ਉਸ ਦੇ ਗਰਭ ਵਿੱਚ ਪਈ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ। ਉਸਨੇ ਟੋਇਆ ਕੱਢਿਆ ਅਤੇ ਡੂੰਘਾ ਪੁੱਟਿਆ ਹੈ ਅਤੇ ਜਿਹੜੀ ਖਾਈ ਉਸਨੇ ਪੁੱਟੀ ਸੀ ਉਸੇ ਵਿੱਚ ਉਹ ਆਪ ਡਿੱਗ ਪਿਆ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਪ੍ਰਾਇਚਿਤ ਨਾ ਕਰਨ ਵਾਲਿਆਂ ਉੱਤੇ ਆਪਣਾ ਕ੍ਰੋਧ ਪ੍ਰਗਟ ਕਰਨਗੇ। ਉਹ ਅਜਿਹੇ ਲੋਕਾਂ ਲਈ ਆਪਣੀ ਤਲਵਾਰ ਨੂੰ ਤੇਜ਼ ਕਰਨਗੇ ਅਤੇ ਉਹ ਉਹਨਾਂ ਲਈ ਆਪਣਾ ਧਨੁਖ ਝੁਕਾ ਕੇ ਤਿਆਰ ਕਰ ਚੁੱਕੇ ਹਨ। ਜੇਕਰ ਅਸੀਂ ਬਾਈਬਲ ਵਿੱਚ ਦੱਸੇ ਪ੍ਰਾਇਚਿਤ ਦੇ ਅਰਥ ਨੂੰ ਸੰਖੇਪ ਵਿੱਚ ਦੱਸੀਏ ਤਾਂ ਅਸੀਂ ਸਮਝ ਸਕਦੇ ਹਾਂ ਕਿ ਜਿਸ ਨੇ ਪ੍ਰਾਇਚਿਤ ਕੀਤਾ ਹੈ ਉਸ ਦੇ ਜੀਵਨ ਵਿੱਚ ਇੱਕ ਦਿਨ ਦੀ ਕੀਮਤ 1000 ਸਾਲ ਤੋਂ ਵੱਧ ਹੈ। ਬਾਈਬਲ ਪ੍ਰਾਇਚਿਤ ਕਰਨ ਵਾਲੇ ਵਿਅਕਤੀ ਦੇ ਜੀਵਨ ਦਾ ਵਰਣਨ ਉਸ ਵਿਅਕਤੀ ਦੇ ਜੀਵਨ ਨਾਲ ਕਰਦੀ ਹੈ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੋਵੇ। ਜੇਕਰ ਅਸੀਂ ਪ੍ਰਾਇਚਿਤ ਕਰਦੇ ਹਾਂ ਤਦ ਅਜਿਹੇ ਕਿਰਪਾਪੂਰਨ ਜੀਵਨ ਦੀ ਗਾਰੰਟੀ ਸਾਨੂੰ ਦਿੱਤੀ ਜਾਂਦੀ ਹੈ। ਇਸ ਲਈ ਜਦੋਂ ਯਿਸੂ ਮਸੀਹ ਇਸ ਧਰਤੀ ਉੱਤੇ ਆਏ ਤਾਂ ਪਹਿਲਾ ਸੰਦੇਸ਼ ਜੋ ਉਹਨਾਂ ਨੇ 30 ਸਾਲ ਦੀ ਉਮਰ ਵਿੱਚ ਬਪਤਿਸਮਾ ਲੈਣ ਤੋਂ ਬਾਅਦ ਪੂਰੇ ਸੰਸਾਰ ਨੂੰ ਪ੍ਰਚਾਰ ਕੀਤਾ ਉਹ ਸੀ ਤੋਬਾ ਕਰੋ, ਹੈ ਨਾ? ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਹੈ। ਤੁਸੀਂ ਮੁਰਦਿਆਂ ਦਾ ਜੀਵਨ ਜੀ ਰਹੇ ਹੋ, ਹੁਣ ਤੁਸੀਂ ਜਿਉਂਦਿਆਂ ਦਾ ਜੀਵਨ ਬਤੀਤ ਕਰੋਗੇ। ਇਸ ਲਈ ਤੋਬਾ ਕਰੋ। ਆਓ ਅਸੀਂ ਇਸ ਨੂੰ ਯਾਦ ਰੱਖੀਏ ਕਿ ਪ੍ਰਾਇਚਿਤ ਕਰਨਾ ਕਿੰਨਾ ਸੁੰਦਰ, ਕਿਰਪਾ ਨਾਲ ਭਰਪੂਰ ਅਤੇ ਕੀਮਤੀ ਹੈ। ਇਸ ਨੂੰ ਮਨ ਵਿੱਚ ਰੱਖਦੇ ਹੋਏ ਆਓ ਅਸੀਂ ਲੂਕਾ ਅਧਿਆਇ 15 ਵਚਨ 11 ਪੜ੍ਹੀਏ। ਫਿਰ ਉਸਨੇ ਕਿਹਾ ਕਿ ਇੱਕ ਮਨੁੱਖ ਦੇ 2 ਪੁੱਤਰ ਸਨ ਅਤੇ ਉਹਨਾਂ ਵਿੱਚੋਂ ਛੋਟੇ ਨੇ ਪਿਓ ਨੂੰ ਆਖਿਆ, ਪਿਤਾ ਜੀ, ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸਨੇ ਉਹਨਾਂ ਨੂੰ ਪੂੰਜੀ ਛੱਡ ਦਿੱਤੀ। ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤਰ ਸਭੋ ਕੁਝ ਇਕੱਠਾ ਕਰਕੇ ਦੂਰ ਦੇਸ਼ ਨੂੰ ਚਲਿਆ ਗਿਆ ਔਰ ਉੱਥੇ ਆਪਣਾ ਮਾਲ ਬਦ ਚਲਣੀ ਨਾਲ ਉਡਾ ਦਿੱਤਾ। ਜਾਂ ਉਹ ਸਭ ਖਰਚ ਕਰ ਚੁੱਕਿਆ ਤਾਂ ਉਸ ਦੇਸ਼ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ। ਤਾਂ ਉਹ ਉਸ ਦੇਸ਼ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ
ਅਤੇ ਉਸਨੇ ਉਹਨੂੰ ਆਪਣਿਆਂ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ, ਔਰ ਉਹ ਉਹਨਾਂ ਛਿਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਪਰ ਕਿੰਨੇ ਉਹਨੂੰ ਕੁਝ ਨਾ ਦਿੱਤਾ। ਪਰ ਉਹਨੇ ਸੂਰਤ ਵਿੱਚ ਆਣ ਕੇ ਕਿਹਾ, ਭਈ ਮੇਰੇ ਪਿਓ ਦੇ ਕਿੰਨੇ ਹੀ ਕਾਮਿਆਂ ਲਈ ਵਾਫਰ ਰੋਟੀਆਂ ਹਨ ਅਤੇ ਮੈਂ ਇੱਥੇ ਭੁੱਖਾ ਮਰਦਾ ਹਾਂ। ਮੈਂ ਉੱਠ ਕੇ ਆਪਣੇ ਪਿਓ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ, ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਯੋਗ ਨਹੀਂ ਜੋ ਫਿਰ ਤੁਹਾਡਾ ਪੁੱਤਰ ਸੱਦਾਵਾਂ। ਮੈਨੂੰ ਆਪਣੇ ਆ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ। ਸੋ ਉਹ ਉੱਠ ਕੇ ਆਪਣੇ ਪਿਓ ਕੋਲ ਗਿਆ, ਪਰ ਉਹ ਹਜੇ ਦੂਰ ਹੀ ਸੀ ਕਿ ਉਹਦੇ ਪਿਓ ਨੇ ਉਹਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਔਰ ਦੌੜ ਕੇ ਗਲੇ ਲਾ ਲਿਆ ਔਰ ਉਹਨੂੰ ਚੁੰਮਿਆ। ਔਰ ਪੁੱਤਰ ਨੇ ਉਸ ਨੂੰ ਆਖਿਆ, ਪਿਤਾ ਜੀ, ਮੈਂ ਅਸਮਾਨ ਦੇ ਵਿਰੁੱਧ ਔਰ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਯੋਗ ਨਹੀਂ ਜੋ ਫਿਰ ਤੁਹਾਡਾ ਪੁੱਤਰ ਸੱਦਾਵਾਂ। ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਭ ਤੋਂ ਚੰਗੇ ਬਸਤਰ ਛੇਤੀ ਕੱਢ ਕੇ ਇਹਨੂੰ ਪਹਿਨਾਓ ਔਰ ਇਹਦੇ ਹੱਥ ਵਿੱਚ ਅੰਗੂਠੀ ਔਰ ਪੈਰੀ ਜੁੱਤੀ ਪਾਓ ਅਤੇ ਪਾਲਿਆ ਹੋਇਆ ਵੱਛਾ ਲਿਆ ਕੇ ਕੱਟੋ, ਭਈ ਖਾਈਏ ਅਤੇ ਖੁਸ਼ੀ ਕਰੀਏ, ਕਿਉਂ ਜੋ ਮੇਰਾ ਪੁੱਤਰ ਮੋਇਆ ਹੋਇਆ ਸੀ। ਫਿਰ ਕੀ ਹੋਇਆ ਹੈ? ਸਭ ਤੋਂ ਵਧੀਆ ਕੰਮ ਜੋ ਛੋਟੇ ਪੁੱਤਰ ਨੇ ਕੀਤਾ ਉਹ ਪ੍ਰਾਇਚਿਤ ਸੀ। ਪ੍ਰਾਇਚਿਤ ਕਰਨ ਦਾ ਮਨ ਬਣਾਉਣ ਤੋਂ ਪਹਿਲਾਂ ਦਾ ਉਸ ਦਾ ਜੀਵਨ ਬਿਲਕੁਲ ਵੀ ਕਿਰਪਾਪੂਰਨ ਨਹੀਂ ਸੀ। ਹਾਲਾਂਕਿ ਕਿ ਯੀਸ਼ੂ ਨੇ ਸਾਨੂੰ ਇਸ ਦ੍ਰਿਸ਼ਟਾਂਤ ਨੂੰ ਇਸ ਲਈ ਨਹੀਂ ਦਿੱਤਾ ਕਿ ਉਜਾੜੂ ਪੁੱਤਰ ਦੇ ਪ੍ਰਾਇਚਿਤ ਤੋਂ ਬਾਅਦ ਦੇ ਜੀਵਨ ਉੱਤੇ ਧਿਆਨ ਦਿੱਤਾ ਜਾਵੇ। ਯੀਸ਼ੂ ਨੇ ਪ੍ਰਾਇਚਿਤ ਕਰਨ ਤੋਂ ਬਾਅਦ ਉਜਾੜੂ ਪੁੱਤਰ ਦੇ ਜੀਵਨ ਨੂੰ ਇੱਕ ਅਜਿਹੇ ਜੀਵਨ ਦੇ ਰੂਪ ਵਿੱਚ ਦੱਸਿਆ ਜੋ ਮਰ ਗਿਆ ਸੀ ਪਰ ਫਿਰ ਤੋਂ ਜੀ ਉੱਠਿਆ ਹੈ। ਸਾਰੇ ਲੋਕੋ ਅਸੀਂ ਬੀਤੇ ਸਮੇਂ ਨੂੰ ਬਦਲ ਨਹੀਂ ਸਕਦੇ, ਪਰ ਯੀਸ਼ੂ ਨੇ ਸਾਨੂੰ ਦੱਸਿਆ ਕਿ ਸਾਡੇ ਸਾਰੇ ਪਾਪਾਂ ਨੂੰ ਮਿਟਾਉਣ ਦੀ ਸ਼ਕਤੀ ਸਿਰਫ ਪ੍ਰਾਇਚਿਤ ਵਿੱਚ ਹੈ, ਕਿਉਂਕਿ ਪ੍ਰਾਇਚਿਤ ਵਿੱਚ ਇੰਨਾ ਡੂੰਘਾ ਅਰਥ ਹੈ। ਇਸ ਲਈ ਪ੍ਰਾਇਚਿਤ ਦੇ ਜੀਵਨ ਵਿੱਚ ਇੱਕ ਦਿਨ 1000 ਸਾਲਾਂ ਤੋਂ ਵੀ ਕਿਤੇ ਜ਼ਿਆਦਾ ਕੀਮਤੀ ਹੈ। ਉਹਨਾਂ ਲੋਕਾਂ ਵਿੱਚੋਂ ਜਿਨ੍ਹਾਂ ਨੇ ਪ੍ਰਾਇਚਿਤ ਦਾ ਕੀਮਤੀ ਜੀਵਨ ਬਤੀਤ ਕੀਤਾ, ਆਓ ਅਸੀਂ ਬਾਈਬਲ ਵਿੱਚ ਯੂਨਾ ਦਾ ਉਦਾਹਰਣ ਦੇਖੀਏ। ਯੋਨਾ ਅਧਿਆਇ 3 ਵਚਨ 1। ਯਹੋਵਾ ਦੀ ਬਾਣੀ ਦੂਜੀ ਵਾਰ ਯੂਨਾ ਨੂੰ ਆਈ ਕਿ ਉੱਠ ਉਸ ਵੱਡੇ ਸ਼ਹਿਰ ਨਿਨਵਾ ਨੂੰ ਜਾ ਅਤੇ ਉਸ ਨੂੰ ਇਸ ਗੱਲ ਦਾ ਪ੍ਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ। ਤਦ ਯੂਨਾ ਯਹੋਵਾ ਦੇ ਆਖੇ ਅਨੁਸਾਰ ਉੱਠ ਕੇ ਨਿਨਵਾ ਨੂੰ ਗਿਆ। ਨਿਨਵਾ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ ਜਿਹਦੇ ਵਿੱਚ ਦਾ ਪੈਂਡਾ 3 ਦਿਨਾਂ ਦਾ ਸੀ। ਯੂਨਾ ਸ਼ਹਿਰ ਵਿੱਚ ਵੜਨ ਲੱਗਾ ਅਤੇ 1 ਦਿਨ ਦਾ ਪੈਂਡਾ ਕੀਤਾ। ਤਦ ਉਹਨੇ ਪੁਕਾਰਿਆ ਅਤੇ ਆਖਿਆ, ਹੋਰ 40 ਦਿਨਾਂ ਨੂੰ ਨਿਨਵਾ ਢਾਇਆ ਜਾਵੇਗਾ। ਤਦ ਨਿਨਵਾ ਦੇ ਲੋਕਾਂ ਨੇ ਪਰਮੇਸ਼ਰ ਉੱਤੇ ਪ੍ਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੋੜੀ ਉਹਨਾਂ ਨੇ ਤੱਪੜ ਪਾ ਲਏ। ਇਹ ਖਬਰ ਨਿਨਵਾ ਦੇ ਪਾਤਸ਼ਾਹ ਨੂੰ ਅੱਪੜ ਪਈ ਤਾਂ ਉਹ ਆਪਣੀ ਰਾਜਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਜੁੰਬਾ ਲਾ ਸੁੱਟਿਆ ਅਤੇ ਤੱਪੜ ਪਾ ਕੇ ਰਾਖ ਵਿੱਚ ਬੈਠ ਗਿਆ। ਤਾਂ ਉਸਨੇ ਹੋਕਾ ਦਿੱਤਾ ਅਤੇ ਨਿਨਵਾ ਵਿੱਚ ਪ੍ਰਚਾਰ ਕੀਤਾ, ਪਾਤਸ਼ਾਹ ਅਤੇ ਉਸਦੇ ਸਰਦਾਰਾਂ ਦਾ ਫਰਮਾਨ, ਨਾ ਆਦਮੀ ਨਾ ਪਸ਼ੂ ਨਾ ਵੱਗ ਨਾ ਇੱਜੜ ਕੁਛ ਚਖਣ, ਉਹ ਨਾ ਖਾਣ ਨਾ ਪਾਣੀ ਪੀਣ, ਪਰ ਆਦਮੀ ਅਰ ਪਸ਼ੂ ਤੱਪੜਾਂ ਨਾਲ ਢਕੇ ਹੋਏ ਹੋਣ ਅਤੇ ਪਰਮੇਸ਼ਵਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ। ਸਭ ਕੋਈ ਆਪੋ ਆਪਣੇ ਭੈੜੇ ਰਾਹ ਤੋਂ ਅਤੇ ਆਪੋ ਆਪਣੇ ਜ਼ੁਲਮ ਤੋਂ ਜੋ ਉਹ ਕਰ ਰਹੇ ਹਨ ਮੂੰਹ ਮੋੜਨ। ਕੀ ਜਾਣੀਏ ਜੋ ਪਰਮੇਸ਼ਵਰ ਮੁੜੇ ਅਤੇ ਪਛਤਾਵੇ ਅਤੇ ਆਪਣੇ ਤੱਤੇ ਕ੍ਰੋਧ ਤੋਂ ਹਟੇ, ਭਈ ਅਸੀਂ ਨਾਸ਼ ਨਾ ਹੋਈਏ। ਜਦ ਪਰਮੇਸ਼ਵਰ ਨੇ ਉਹਨਾਂ ਦੇ ਕੰਮਾਂ ਨੂੰ ਡਿੱਠਾ ਕਿ ਉਹ ਆਪਣੇ ਭੈੜੇ ਰਾਹ ਤੋਂ ਮੁੜ ਪਏ ਹਨ, ਤਦ ਪਰਮੇਸ਼ਵਰ ਉਸ ਬੁਰੀਆਈ ਤੋਂ ਪਛਤਾਇਆ ਜੋ ਉਸ ਆਖਿਆ ਸੀ ਕਿ ਉਹ ਉਹਨਾਂ ਨਾਲ ਕਰੇਗਾ, ਅਤੇ ਉਸ ਨੇ ਉਹ ਨਹੀਂ ਕੀਤੀ। ਪਰਮੇਸ਼ਵਰ ਦੀ ਇੱਛਾ ਨੂੰ ਸੁਣਨ ਤੋਂ ਬਾਅਦ ਯੂਨਾ ਪਰਮੇਸ਼ਵਰ ਦੀ ਇੱਛਾ ਦੀ ਉਲੰਘਣਾ ਕਰਦੇ ਹੋਏ ਤਰਸ਼ੀਸ਼ ਵੱਲ ਚਲਾ ਗਿਆ, ਕਿਉਂਕਿ ਉਹ ਨਿਨਵਾ ਦੇ ਲੋਕਾਂ ਤੋਂ ਡਰਦਾ ਸੀ। ਨਤੀਜੇ ਵਜੋਂ ਸਮੁੰਦਰ ਵਿੱਚ ਇੱਕ ਭਿਆਨਕ ਤੂਫਾਨ ਉੱਠਿਆ। ਉਸ ਤੋਂ ਬਾਅਦ ਯੂਨਾ ਨੂੰ ਇੱਕ ਵੱਡੀ ਮੱਛੀ ਨੇ ਨਿਗਲ ਲਿਆ। ਇਸ ਮੁਸ਼ਕਲ ਸਥਿਤੀ ਵਿੱਚ ਉਸਨੇ ਮੱਛੀ ਦੇ ਢਿੱਡ ਵਿੱਚ ਇਮਾਨਦਾਰੀ ਨਾਲ ਪ੍ਰਾਇਚਿਤ ਦੀ ਪ੍ਰਾਰਥਨਾ ਕੀਤੀ। ਮੱਛੀ ਦੇ ਢਿੱਡ ਵਿੱਚੋਂ ਉਹ ਲਗਭਗ ਇੱਕ ਮਰਿਆ ਹੋਇਆ ਵਿਅਕਤੀ ਸੀ। ਯੂਨਾ ਇਹ ਸੋਚਣ ਲੱਗਾ, ਜੇਕਰ ਮੈਂ ਨਿਨਵਾ ਵਿੱਚ ਪ੍ਰਚਾਰ ਕਰਦੇ ਹੋਏ ਆਪਣਾ ਜੀਵਨ ਗਵਾ ਵੀ ਦੇਵਾਂ ਤਾਂ ਇੱਥੇ ਮਰਨ ਅਤੇ ਉੱਥੇ ਮਰਨ ਵਿੱਚ ਕੋਈ ਫਰਕ ਨਹੀਂ ਹੈ। ਯੂਨਾ ਨੇ ਇਸ ਪ੍ਰਕਾਰ ਇਮਾਨਦਾਰੀ ਨਾਲ ਪ੍ਰਾਇਚਿਤ ਕਰਨ ਤੋਂ ਬਾਅਦ
ਪਰਮੇਸ਼ਵਰ ਨੇ ਉਸ ਦੇ ਜੀਵਨ ਨੂੰ ਇੱਕ ਕੀਮਤੀ ਜੀਵਨ ਵਿੱਚ ਬਦਲ ਦਿੱਤਾ, ਜਿਸ ਦੀ ਕੀਮਤ 1000 ਸਾਲਾਂ ਤੋਂ ਵੀ ਜ਼ਿਆਦਾ ਹੈ। ਨੀਨਵਾ ਦੇ 1,20,000 ਲੋਕਾਂ ਨੇ ਯੂਨਾ ਦੇ ਪ੍ਰਚਾਰ ਨੂੰ ਸੁਣਨ ਤੋਂ ਬਾਅਦ ਕੀ ਕੀਤਾ? ਯੂਨਾ ਦੁਆਰਾ ਪ੍ਰਚਾਰ ਕੀਤੀ ਗਈ ਪਰਮੇਸ਼ਵਰ ਦੀ ਇੱਛਾ ਨੂੰ ਸੁਣਨ ਤੋਂ ਬਾਅਦ ਰਾਜਾ ਤੋਂ ਲੈ ਕੇ ਸਭ ਤੋਂ ਛੋਟੇ ਵਿਅਕਤੀ ਤੱਕ ਸਾਰਿਆਂ ਨੇ ਇਮਾਨਦਾਰੀ ਨਾਲ ਪ੍ਰਾਇਚਿਤ ਕਰਦੇ ਹੋਏ ਉਪਵਾਸ ਕੀਤਾ ਅਤੇ ਪਰਮੇਸ਼ਵਰ ਤੋਂ ਕਿਰਪਾ ਮੰਗਦੇ ਹੋਏ ਪ੍ਰਾਰਥਨਾ ਕੀਤੀ। ਅੰਤ ਵਿੱਚ ਕੀ ਪਰਮੇਸ਼ਵਰ ਨੇ ਨਾ ਰੁਕਣ ਵਾਲੇ ਨਾਸ਼ ਨੂੰ, ਜਿਸ ਦਾ ਉਹਨਾਂ ਨੇ ਨਿਨਵਾ ਦੇ ਲੋਕਾਂ ਉੱਤੇ ਲਿਆਉਣ ਦਾ ਵਾਅਦਾ ਕੀਤਾ ਸੀ, ਵਾਪਸ ਨਹੀਂ ਲਿਆ? ਬਾਈਬਲ ਵਿੱਚ ਇਸ ਚਮਤਕਾਰੀ ਇਤਿਹਾਸ ਪਿੱਛੇ ਇੱਕ ਨਬੀ ਸੀ ਜਿਸ ਨੇ ਪ੍ਰਾਇਚਿਤ ਕੀਤਾ ਸੀ। ਯੂਨਾ ਇੱਕ ਦਿਨ ਦੇ ਘੱਟ ਸਮੇਂ ਵਿੱਚ ਅਜਿਹਾ ਕਰਨ ਵਿੱਚ ਸਫਲ ਸੀ, ਜਿਸ ਨੂੰ 1000 ਸਾਲਾਂ ਦੇ ਲੰਬੇ ਸਮੇਂ ਵਿੱਚ ਵੀ ਨਹੀਂ ਕੀਤਾ ਜਾ ਸਕਦਾ ਸੀ। ਮੈਨੂੰ ਵਿਸ਼ਵਾਸ ਹੈ ਕਿ ਜਦੋਂ ਸਿਯੋਨ ਦੇ ਪਰਿਵਾਰਾਂ ਦੇ ਸਾਰੇ ਮੈਂਬਰ ਪੂਰੀ ਤਰ੍ਹਾਂ ਪ੍ਰਾਇਚਿਤ ਕਰਨਗੇ ਅਤੇ ਇਸ ਸਾਲ ਪ੍ਰਾਰਥਨਾ ਸਮੇਂ ਦੇ ਦੌਰਾਨ ਤੂਰੀ ਵਜਾਉਣ ਦੇ ਪਰਵ ਤੋਂ ਲੈ ਕੇ ਪ੍ਰਾਇਚਿਤ ਦੇ ਦਿਨ ਤੱਕ ਖੁਸ਼ਖਬਰੀ ਨੂੰ ਪੂਰਾ ਕਰਨ ਲਈ ਪੂਰੀ ਲਗਨ ਨਾਲ ਪ੍ਰਾਰਥਨਾ ਕਰਨਗੇ, ਤਦ ਖੁਸ਼ਖਬਰੀ ਦਾ ਪ੍ਰਚਾਰ ਬਿਨਾਂ ਕਿਸੇ ਅਸਫਲਤਾ ਦੇ ਕੀਤਾ ਜਾਵੇਗਾ। ਆਓ ਅਸੀਂ ਹਿਜਕਲ ਅਧਿਆਇ 18 ਵਚਨ 30 ਵਿੱਚ ਪਰਮੇਸ਼ਵਰ ਦੇ ਵਚਨ ਦੇਖੀਏ। ਸਾਨੂੰ ਇਸ ਪਰਵ ਦੇ ਦੁਆਰਾ ਪਰਮੇਸ਼ਵਰ ਦੀ ਇੱਛਾ ਨੂੰ ਜਾਣਨਾ ਚਾਹੀਦਾ ਅਤੇ ਪੁਸ਼ਟੀ ਕਰਨੀ ਚਾਹੀਦੀ ਹੈ। ਸਾਨੂੰ ਸਹੀ ਢੰਗ ਨਾਲ ਜਾਂਚ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ ਅਤੇ ਪ੍ਰਾਇਚਿਤ ਕਿਉਂ ਕਰਨਾ ਚਾਹੀਦਾ ਹੈ। ਬਿਨਾਂ ਪ੍ਰਾਇਚਿਤ ਕੀਤੇ ਅਸੀਂ ਸਦੀਪਕ ਸਵਰਗ ਦੇ ਰਾਜ ਦੀ ਤਿਆਰੀ ਨਹੀਂ ਕਰ ਸਕਦੇ। ਸਵਰਗ ਜਾਣ ਦੀ ਆਸ ਰੱਖਣ ਵਾਲਿਆਂ ਲਈ ਪਹਿਲਾ ਕਦਮ ਪ੍ਰਾਇਚਿਤ ਹੈ। ਆਓ ਅਸੀਂ ਵਚਨ 30 ਦੇਖੀਏ। ਸੋ ਪ੍ਰਭੂ ਯਹੋਵਾ ਦਾ ਵਾਕ ਹੈ, ਹੇ ਇਜ਼ਰਾਈਲ ਦੇ ਘਰਾਨੇ, ਮੈਂ ਹਰ ਇੱਕ ਮਨੁੱਖ ਦਾ ਉਸ ਦੇ ਮਾਰਗ ਦੇ ਅਨੁਸਾਰ ਤੁਹਾਡਾ ਨਿਆਂ ਕਰਾਂਗਾ। ਸਾਨੂੰ ਕੀ ਕਰਨਾ ਚਾਹੀਦਾ ਹੈ? ਤੁਸੀਂ ਮੁੜੋ ਅਤੇ ਆਪਣੇ ਸਾਰੇ ਅਪਰਾਧਾਂ ਵੱਲੋਂ ਮੁੜ ਆਓ, ਤਾਂ ਜੋ ਤੁਹਾਡੀ ਬਦੀ ਤੁਹਾਡੀ ਠੋਕਰ ਦਾ ਕਾਰਨ ਨਾ ਹੋਵੇਗੀ। ਪਰਮੇਸ਼ਵਰ ਨੇ ਕਿਹਾ, ਤੁਸੀਂ ਮੁੜੋ ਅਤੇ ਆਪਣੇ ਸਾਰੇ ਅਪਰਾਧਾਂ ਵੱਲੋਂ ਮੁੜ ਆਓ, ਤਾਂ ਜੋ ਤੁਹਾਡੀ ਬਦੀ ਤੁਹਾਡੀ ਠੋਕਰ ਦਾ ਕਾਰਨ ਨਾ ਹੋਵੇਗੀ। ਆਓ ਅਸੀਂ ਵਚਨ 31 ਨਾਲ ਜਾਰੀ ਰਹੀਏ। ਉਹਨਾਂ ਸਾਰੇ ਅਪਰਾਧਾਂ ਨੂੰ ਜਿਨ੍ਹਾਂ ਵਿੱਚ ਤੁਸੀਂ ਅਪਰਾਧੀ ਬਣੇ ਆਪਣੇ ਤੋਂ ਦੂਰ ਕਰੋ ਅਤੇ ਆਪਣੇ ਲਈ ਨਵਾਂ ਦਿਲ ਤੇ ਨਵੀਂ ਆਤਮਾ ਬਣਾਓ। ਹੇ ਇਜ਼ਰਾਈਲ ਦੇ ਘਰਾਨੇ, ਤੁਸੀਂ ਕਿਉਂ ਮਰੋਗੇ? ਕਿਉਂ ਜੋ ਪ੍ਰਭੂ ਯਹੋਵਾ ਦਾ ਵਾਕ ਹੈ, ਮੈਨੂੰ ਮਰਨ ਵਾਲੇ ਦੀ ਮੌਤ ਤੋਂ ਖੁਸ਼ੀ ਨਹੀਂ, ਇਸ ਲਈ ਮੁੜੋ, ਫਿਰ ਹੀ ਤੁਹਾਡਾ ਨਤੀਜਾ ਕੀ ਹੋਵੇਗਾ? ਤੁਸੀਂ ਜਿਉਂਦੇ ਰਹੋਗੇ। ਸਾਨੂੰ ਬਚਾਉਣ ਲਈ ਅਤੇ ਸਾਡੀ ਅਗਵਾਈ ਮੁਕਤੀ ਵੱਲ ਕਰਨ ਲਈ ਕੀ ਉਹ ਪ੍ਰਾਇਚਿਤ ਨਹੀਂ ਹੈ ਜੋ ਪਰਮੇਸ਼ਵਰ ਸਾਡੇ ਕੋਲੋਂ ਚਾਹੁੰਦੇ ਹਨ? ਇਸ ਸਾਲ ਪਤਝੜ ਦੇ ਪਰਵਾਂ ਵਿੱਚ ਕਿਰਪਾ ਕਰਕੇ ਆਪਣੇ ਮਨ ਵਿੱਚ ਪ੍ਰਾਰਥਨਾ ਅਤੇ ਪ੍ਰਾਇਚਿਤ ਇਹਨਾਂ ਦੋ ਸ਼ਬਦਾਂ ਨੂੰ ਡੂੰਘਾਈ ਨਾਲ ਚਿਤਰਿਤ ਕਰੋ, ਤਾਂ ਜੋ ਤੁਸੀਂ ਵਿਸ਼ਵ ਭਰ ਵਿੱਚ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਲਈ ਪ੍ਰਾਇਚਿਤ ਅਤੇ ਪਰਮੇਸ਼ਵਰ ਕੋਲ ਵਾਪਸ ਆਉਣ ਦੀ ਨੀਂਹ ਤਿਆਰ ਕਰ ਸਕੋ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਵਿਸ਼ਵ ਭਰ ਵਿੱਚ ਸਿਯੋਨ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਵਰਗੀ ਪਿਤਾ ਜੀ ਅਤੇ ਸਵਰਗੀ ਮਾਤਾ ਜੀ ਦੀ ਸਹਾਇਤਾ ਪ੍ਰਾਪਤ ਹੋਵੇ, ਜਿਸ ਤੋਂ ਅਸੀਂ ਇਹ ਆਸ਼ੀਸ਼ਿਤ ਖਬਰ ਸੁਣ ਸਕੀਏ ਕਿ ਸਾਡੇ ਸਾਰੇ ਭਰਾਵਾਂ ਅਤੇ ਭੈਣਾਂ ਲਈ ਪਰਮੇਸ਼ਵਰ ਕੋਲ ਵਾਪਸ ਆਉਣ ਲਈ ਸਭ ਸਿਯੋਨ ਸਥਾਪਿਤ ਕੀਤੇ ਗਏ ਹਨ। ਆਓ ਅਸੀਂ ਇਮਾਨਦਾਰੀ ਨਾਲ ਪ੍ਰਚਾਰ ਕਰੀਏ। ਇਮਾਨਦਾਰੀ ਨਾਲ ਪ੍ਰਚਾਰ ਕਰਨ ਦੇ ਦੁਆਰਾ ਪ੍ਰਾਇਚਿਤ ਨੂੰ ਪ੍ਰਗਟ ਕੀਤਾ ਜਾਂਦਾ ਹੈ। ਸਾਨੂੰ ਪਹਿਲਾਂ ਪ੍ਰਾਇਚਿਤ ਕਰਨਾ ਚਾਹੀਦਾ ਹੈ। ਉਹ ਜਿਨ੍ਹਾਂ ਨੇ ਸੱਚਾ ਪ੍ਰਾਇਚਿਤ ਕੀਤਾ ਹੈ, ਉਹ ਉਹੀ ਹਨ ਜੋ ਹੋਰ ਪਾਪੀਆਂ ਨੂੰ ਵੀ ਪ੍ਰਾਇਚਿਤ ਵੱਲ ਲੈ ਜਾਂਦੇ ਹਨ। ਮੈਂ ਆਸ ਕਰਦਾ ਹਾਂ ਕਿ ਤੁਸੀਂ ਤੂਰੀ ਉੱਚੀ ਆਵਾਜ਼ ਨਾਲ ਵਜਾਉਣ ਦੇ ਦੁਆਰਾ ਅਸੀਂ ਤੂਰੀ ਵਜਾਉਣ ਦੇ ਪਰਵ ਨੂੰ ਪਵਿੱਤਰਤਾ ਨਾਲ ਮਨਾਈਏ ਅਤੇ ਗਲੋਬਲ ਪਿੰਡ ਵਿੱਚ ਸਾਰੀ ਮਨੁੱਖ ਜਾਤੀ ਦੀ ਪ੍ਰਾਇਚਿਤ ਵੱਲ ਅਗਵਾਈ ਕਰੀਏ, ਤਾਂ ਜੋ ਪ੍ਰਾਇਚਿਤ ਸਿਰਫ ਕਲਪਨਿਕ ਨਾ ਰਹੇ ਪਰ ਹਕੀਕਤ ਬਣ ਜਾਵੇ। ਇਸ ਦੇ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।